ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਅਥ 52 ਅਵਤਾਰ ਵਰਣਨ। ਹੁਣ 52 ਅਵਤਾਰ ਦਾ ਕਥਨ। ਸ਼੍ਰੀ ਭਗਵਤੀ ਜੀ ਸਹਾਇ। ਭੁਜੰਗ ਪ੍ਰਯਾਤ ਛੰਦ। ਪਏ ਦਿਵਸ ਕੇਤੈ ਨਰਸਿੰਘਾਵਤਾਰਨ। ਪਏ ਦਿਵਸ ਕੇਤੈ ਨਰਸਿੰਘਾਵਤਾਰਨ। ਨਰਸਿੰਘ ਅਵਤਾਰ ਨੂੰ ਹੋਇਆਂ ਕਿਤਨਾ ਸਮਾਂ ਬੀਤ ਗਿਆ। ਪੁਨਰ ਭੂਮ ਮੋ ਪਾਪਾ ਬਾਢਿਓ ਅਪਾਰਨ। ਧਰਤੀ ਉੱਤੇ ਫਿਰ ਅਪਾਰ ਪਾਪ ਵਧ ਗਿਆ। ਕਰੇ ਲਾਗ ਜਗਨ ਪੁਨਰ ਦੈਤ ਦਾਨਨ। ਫਿਰ ਦੈਂਤ ਅਤੇ ਦਾਨਵ ਯੱਗ ਆਦਿ ਵਿੱਚ ਵਿਘਨ ਪੈਦਾ ਕਰਨ ਲੱਗ ਗਏ। ਬਲ ਰਾਜ ਕੀ ਦੇਹ ਬਢਿਓ ਗੁਮਾਨਨ। ਬਲੀ ਰਾਜੇ ਦੇ ਸਰੀਰ ਵਿੱਚ ਹੰਕਾਰ ਬਹੁਤ ਵਧ ਗਿਆ। ਨਾ ਪਾਵੇ ਬਲਨ ਦੇਵਤਾ ਜਗ ਬਾਸਨ। ਦੇਵਤੇ ਯੱਗ ਦੀ ਬਲੀ ਪ੍ਰਾਪਤ ਨਹੀਂ ਕਰ ਸਕਦੇ ਸਨ ਅਤੇ ਨਾ ਹੀ ਯੱਗ ਦੀ ਸੁਗੰਧੀ ਮਾਣ ਸਕਦੇ ਸਨ। ਪਈ ਇੰਦਰ ਕੀ ਰਾਜਧਾਨੀ ਬਿਨਾਸਨ। ਇੰਦਰ ਦੀ ਰਾਜਧਾਨੀ ਨਸ਼ਟ ਹੋ ਗਈ ਸੀ। ਕਰੀ ਜੋਗ ਆਰਾਧਨਾ ਸਰਬ ਦੇਵਨ। ਸਾਰਿਆਂ ਦੇਵਤਿਆਂ ਨੇ ਯੋਗ ਆਰਾਧਨਾ ਕੀਤੀ। ਪ੍ਰਸੰਨ ਪਏ ਕਾਲ ਪੁਰਖਨ ਅਪੇਵਨ। ਜਿਸ ਦੇ ਫਲਸਵਰੂਪ ਅਪੇਵ ਰੂਪ ਵਾਲੇ ਕਾਲ ਪੁਰਖ ਪ੍ਰਸੰਨ ਹੋਏ। ਦਿਓ ਆਇਸਨ ਕਾਲ ਪੁਰਖਨ ਅਪਾਰਨ। ਅਪਾਰ ਕਾਲ ਪੁਰਖ ਨੇ ਵਿਸ਼ਨੂੰ ਨੂੰ ਆਗਿਆ ਦਿੱਤੀ। ਤਰੋ ਭਾਵਨਾ ਬਿਸਨ ਅਸ਼ਟਮ ਵਤਾਰਨ। ਕਿ ਉਹ ਹੁਣ 8ਵਾਂ ਅਵਤਾਰ ਧਾਰਨ ਕਰਨ। ਲਏ ਬਿਸਨ ਆਗਿਆ ਚਲਿਓ ਤਾਏ ਐਸੇ। ਵਿਸ਼ਨੂੰ ਜੀ ਆਗਿਆ ਲੈ ਕੇ ਇੰਜ ਤਾਏ ਕਰਕੇ ਚਲੇ। ਲਇਓ ਦਾਰ ਦੀ ਪੂਪ ਭੰਡਾਰ ਜੈਸੇ। ਜਿਵੇਂ ਕੰਗਲੇ ਨੂੰ ਸ਼ਾਹੀ ਖਜ਼ਾਨਾ ਮਿਲ ਗਿਆ ਹੁੰਦਾ ਹੈ। ਨਰਾਜ ਛੰਦ। ਸਰੂਪ ਛੋਟ ਤਾਰ ਕੇ। ਵਿਸ਼ਨੂੰ ਬ੍ਰਾਹਮਣ ਦਾ ਛੋਟਾ ਜਿਹਾ ਰੂਪ ਧਾਰ ਕੇ ਚਲਿਓ ਤਹਾਂ ਵਿਚਾਰ ਕੇ। ਵਿਚਾਰ ਪੂਰਵਕ ਉੱਥੋਂ ਚਲੇ। ਸਭਾ ਨਰੇਸ ਜਾਣਿਓ। ਰਾਜੇ ਦੇ ਦਰਬਾਰ ਨੂੰ ਜਾਣਨ ਉਪਰੰਤ ਤਹੀਂ ਸੁ ਭਾਵ ਠਾਨ ਰਿਓ। ਉੱਥੇ ਪੈਰ ਗੱਡ ਦਿੱਤੇ। ਸੁਬੇਦ ਚਾਰ ਉਚਾਰ ਕੇ। ਉਸ ਬ੍ਰਾਹਮਣ ਨੇ ਚੌਹਾਂ ਵੇਦਾਂ ਨੂੰ ਚੰਗੀ ਤਰ੍ਹਾਂ ਉਚਾਰ ਕੇ ਸੁਣਿਓ ਨਿਰਪਨ ਸੁਧਾਰ ਕੇ ਰਾਜੇ ਨੂੰ ਸੁਣਾਇਆ। ਬੁਲਾਏ ਬਿਪ ਕੋ ਲਿਓ। ਰਾਜੇ ਨੇ ਬ੍ਰਾਹਮਣ ਨੂੰ ਆਪਣੇ ਕੋਲ ਬੁਲਾ ਲਿਆ। ਮਲਿਆਗਰ ਮੂੜ ਕਾ ਦਿਓ ਅਤੇ ਚੰਦਨ ਦੀ ਲੱਕੜੀ ਦੀ ਬਣੀ ਪੀੜੀ ਬੈਠਣ ਨੂੰ ਦਿੱਤੀ। ਪਦਾਰਖ ਦੀਪ ਦਾਨ ਦੇ। ਰਾਜੇ ਨੇ ਬ੍ਰਾਹਮਣ ਦੇ ਪੈਰ ਧੋਤੇ ਅਤੇ ਆਰਤੀ ਉਤਾਰੀ। ਪ੍ਰਦੱਛਣਾ ਅਨੇਕ ਕਹਿ ਤੇ ਅਨੇਕ ਵਾਰ ਪ੍ਰਦੱਖਣਾ ਕੀਤੀ। ਕਰੋੜ ਦਛਨਾ ਦਈ। ਫਿਰ ਕਰੋੜਾਂ ਦਛਨਾ ਦਿੱਤੀਆਂ। ਨਾ ਹਾਥ ਬਿਪ ਨੈ ਲਏ। ਪਰ ਬ੍ਰਾਹਮਣ ਨੇ ਕਿਸੇ ਨੂੰ ਹੱਥ ਤੱਕ ਨਾ ਲਾਇਆ। ਕਹਿਓ ਨਾ ਮੋਰ ਕਾਜ ਹੈ। ਬ੍ਰਾਹਮਣ ਨੇ ਕਿਹਾ ਕਿ ਇਹ ਮੇਰੇ ਕਿਸੇ ਕੰਮ ਨਹੀਂ। ਮਿਥਿਆ ਇਹ ਤੋਰ ਸਾਜ ਹੈ। ਇਹ ਤੇਰੇ ਸਾਰੇ ਸਾਜ ਮਿਥਿਆ ਹਨ। ਬ੍ਰਾਹਮਣ ਵਿਸ਼ਨੂੰ ਸੀਗੇ। ਵਿਸ਼ਨੂੰ ਜੀ ਨੇ ਬ੍ਰਾਹਮਣ ਦਾ ਰੂਪ ਧਾਰਨ ਕੀਤਾ ਸੀ। ਅਡਾਏ ਪਾਵ ਭੂਮ ਦੇ। ਮੈਨੂੰ 2.5 ਕਦਮ ਭੂਮੀ ਪ੍ਰਦਾਨ ਕਰ। ਬਸੇਖ ਪੂਰ ਕਿਰਤ ਲੈ। ਉਸ ਦੇ ਫਲ ਵਜੋਂ ਹੇ ਰਾਜਨ ਵਿਸ਼ੇਸ਼ ਯਸ਼ ਅਰਜਿਤ ਕਰ।
ਚੌਪਈ। ਜਬ ਦਿਜ ਐਸ ਬਖਾਨੀ ਬਾਣੀ, ਜਦੋਂ ਬ੍ਰਾਹਮਣ ਨੇ ਇਸ ਤਰ੍ਹਾਂ ਗੱਲ ਕਹੀ, ਭੂਪਤ ਸਹਤ ਨਾ ਜਾਣਿਓ ਰਾਣੀ, ਤਾਂ ਰਾਣੀ ਸਮੇਤ ਰਾਜੇ ਨੇ ਇਸ ਦੇ ਭੇਦ ਨੂੰ ਨਾ ਸਮਝਿਆ। ਪੈਰ ਅਡਾਏ ਭੂਮ ਦੇ ਕਹੀ, ਸ਼੍ਰੇਸ਼ਟ ਬ੍ਰਾਹਮਣ ਨੇ 2.5 ਕਦਮ ਦੇਣ ਲਈ ਕਿਹਾ। ਦ੍ਰਿੜ ਕਰ ਬਾਤ ਦਿਜੋਤਮ ਗਹੀ, ਉਸ ਗੱਲ ਨੂੰ ਦ੍ਰਿੜਤਾਪੂਰਵਕ ਫੜ ਲਿਆ। ਦਿਜਬਰ ਸੁਕਰ ਹੁਤੋ ਨ੍ਰਿਪ ਤੀਰਾ, ਉਸ ਵੇਲੇ ਰਾਜ ਪੁਰੋਹਿਤ ਸ਼ੁਕਰਾਚਾਰਯ ਰਾਜੇ ਕੋਲ ਸੀ। ਜਾਣ ਗਇਓ ਸਭ ਭੇਦ ਵਜੀਰਾ, ਉਹ ਵਜ਼ੀਰ ਰੂਪ ਪੁਰੋਹਿਤ ਸਾਰਾ ਭੇਦ ਸਮਝ ਗਏ। ਜਿਉਂ ਜਿਉਂ ਦੇਨ ਪ੍ਰਿਥਵੀ ਨ੍ਰਿਪ ਕਹੇ, ਜਿਵੇਂ ਜਿਵੇਂ ਰਾਜਾ ਪ੍ਰਿਥਵੀ ਦੇਣ ਦੀ ਗੱਲ ਕਹਿੰਦਾ, ਤਿਮ ਤਿਮ ਨਾਹ ਪੁਰੋਹਿਤ ਕਹੇ, ਤਿਵੇਂ ਤਿਵੇਂ ਪੁਰੋਹਿਤ ਨਾ ਕਹੀ ਜਾਂਦਾ। ਪੁਰੋਹਿਤ ਸ਼ੁਕਰਾਚਾਰਯ। ਜਬ ਨ੍ਰਿਪ ਦੇਨ ਧਰਾ ਮਨ ਕੀਨਾ, ਜਦੋਂ ਰਾਜੇ ਨੇ ਧਰਤੀ ਦੇਣ ਦਾ ਮਨ ਬਣਾਇਆ, ਤਬ ਹੀ ਉੱਤਰ ਸ਼ੁਕਰ ਇਮਦੀਨਾ, ਤਦੋਂ ਸ਼ੁਕਰਾਚਾਰਯ ਨੇ ਇੰਜ ਉੱਤਰ ਦਿੱਤਾ। ਲਘੂ ਦਿਜ ਯਾਹ ਨਾ ਭੂਪ ਪਛਾਨੋ, ਹੇ ਰਾਜਨ, ਇਸ ਨੂੰ ਨਿੱਕਾ ਜਿਹਾ ਬ੍ਰਾਹਮਣ ਨਾ ਸਮਝੋ। ਬਿਸਨ ਅਵਤਾਰ ਇਸੀ ਕਰ ਮਾਨੋ, ਇਸ ਨੂੰ ਵਿਸ਼ਨੂੰ ਦਾ ਅਵਤਾਰ ਕਰਕੇ ਮੰਨੋ। ਸੁਨਤ ਭਜਨ ਦਾਨਵ ਸਭ ਹਸੇ, ਸ਼ੁਕਰਾਚਾਰਯ ਦੀ ਗੱਲ ਸੁਣ ਕੇ ਸਾਰੇ ਦੈਂਤ ਹੱਸਣ ਲੱਗ ਪਏ। ਉਚਰਤ ਸ਼ੁਕਰ ਕਹਾਂ ਕਰ ਬਸੇ, ਅਤੇ ਕਹਿਣ ਲੱਗੇ, ਸ਼ੁਕਰ ਜੀ, ਤੁਹਾਡੀ ਸੁਰਤ ਕਿਸ ਥਾਂ ਟਿਕੀ ਹੈ। ਸਸਿਕ ਸਮਾਨ ਨਾ ਦਿਜ ਮਹਿ ਮਾਸਾ, ਇਸ ਬ੍ਰਾਹਮਣ ਵਿੱਚ ਸਹੇ ਜਿੰਨਾ ਵੀ ਮਾਸ ਨਹੀਂ ਹੈ। ਇਸ ਬ੍ਰਾਹਮਣ ਵਿੱਚ ਸਹੇ ਜਿੰਨਾ ਵੀ ਮਾਸ ਨਹੀਂ ਹੈ। ਕਸ ਕਰਹਿ ਇਹ ਜਗ ਬਿਨਾਸਾ, ਇਹ ਕਿਸ ਤਰ੍ਹਾਂ ਯਗ ਦਾ ਨਾਸ਼ ਕਰ ਦੇਵੇਗਾ। ਦੋਹਰਾ। ਸੁਕਰੋਬਾਚ, ਸ਼ੁਕਰ ਨੇ ਕਿਹਾ, ਜਿਮ ਚਿਨਗਾਰੀ ਅਗਨ ਕੀ ਗਿਰਤ ਸਗਨ ਬਨ ਮਾਹੇ, ਹੇ ਰਾਜਨ, ਜਿਵੇਂ ਅਗਨੀ ਦੀ ਨਿੱਕੀ ਜਿਹੀ ਚਿੰਗਾਰੀ ਸੰਘਣੇ ਬਨ ਵਿੱਚ ਡਿੱਗ ਪਏ, ਅਧਿਕ ਤਨਿਕ ਤੇ ਹੋਤ ਹੈ ਤਿਮ ਦਿਜਬਰ ਨਰ ਨਾਹੇ, ਉਹ ਥੋੜ੍ਹੀ ਤੋਂ ਜ਼ਿਆਦਾ ਹੋ ਜਾਂਦੀ ਹੈ, ਉਸੇ ਤਰ੍ਹਾਂ ਦੀ ਸਥਿਤੀ ਇਸ ਬ੍ਰਾਹਮਣ ਦੀ ਹੈ। ਚੌਪਈ। ਹਸ ਭੂਪਤ ਇਹ ਬਾਤ ਬਖਾਨੀ, ਬਲੀ ਰਾਜੇ ਨੇ ਹੱਸ ਕੇ ਇਹ ਗੱਲ ਕਹੀ। ਸੁਨਹੁ ਸ਼ੁਕਰ ਤੁਮ ਬਾਤ ਨਾ ਜਾਣੇ, ਹੇ ਸ਼ੁਕਰ ਸੁਣ, ਤੂੰ ਇਸ ਗੱਲ ਦਾ ਭੇਦ ਨਹੀਂ ਪਾਇਆ। ਫੁਨ ਇਹ ਸਮੋ ਸਭੋ ਛਲ ਜੈ ਹੈ, ਇਹ ਸਮਾਂ ਫਿਰ ਹੱਥੋਂ ਨਿਕਲ ਜਾਵੇਗਾ। ਹਰ ਸੋ ਫਿਰ ਨਾ ਬਿਚਕ ਹੈ, ਕਿਉਂਕਿ ਹਰ ਵਰਗਾ ਕੋਈ ਮੰਗਤਾ ਮੁੜ ਕੇ ਨਹੀਂ ਆ ਸਕੇਗਾ। ਮਨ ਮਹਿ ਬਾਤ ਇਹ ਠਹਿਰਾਈ, ਰਾਜੇ ਨੇ ਮਨ ਵਿੱਚ ਇਹ ਧਾਰਨਾ ਬਣਾ ਲਈ। ਮਨ ਮੋਹ ਧਰੀ ਨਾ ਕਿਸੁ ਬਤਾਈ, ਅਤੇ ਆਪਣੇ ਮਨ ਵਿੱਚ ਹੀ ਰੱਖੀ, ਕਿਸੇ ਨੂੰ ਵੀ ਨਾ ਦੱਸੀ। ਪ੍ਰਿਤ ਤੇ ਮਾਗ ਕਮੰਡਲ ਐਸਾ, ਨੌਕਰ ਤੋਂ ਜਲ ਦਾ ਕਮੰਡਲ ਮੰਗਵਾ ਕੇ, ਲਗਿਓ ਦਾਨ ਤਹ ਦੇਨ ਨਰੇਸਾ, ਰਾਜਾ ਦਾਨ ਦੇਣ ਲੱਗਿਆ। ਸ਼ੁਕਰ ਬਾਤ ਮਨ ਮੋਹ ਪਹਿਚਾਨੀ, ਸ਼ੁਕਰਾਚਾਰਯ ਨੇ ਇਸ ਗੱਲ ਨੂੰ ਮਨ ਵਿੱਚ ਸਮਝ ਲਿਆ। ਭੇਦ ਨ ਲਹਿਤ ਭੂਪ ਅਗਿਆਨੀ, ਅਤੇ ਵਿਚਾਰਨ ਲੱਗਾ ਕਿ ਨਾ ਸਮਝ ਰਾਜਾ ਇਸ ਭੇਦ ਨੂੰ ਨਹੀਂ ਜਾਣਦਾ। ਤਾਰ ਮਕਰ ਕੇ ਜਾਰ ਸਰੂਪਾ, ਸ਼ੁਕਰਾਚਾਰਯ ਨੇ ਮਕੜੀ ਦੇ ਜਾਲੇ ਦਾ ਰੂਪ ਧਾਰਿਆ। ਪੈਠਿਓ ਮੱਧ ਕਮੰਡਲ ਪੂਪਾ, ਅਤੇ ਰਾਜੇ ਦੇ ਕਮੰਡਲ ਦੀ ਟੂਟੀ ਵਿੱਚ ਬੈਠ ਗਿਆ। ਨ੍ਰਿਪ ਬਰ ਪਾਨ ਸੁਰਾਹੇ ਲਈ, ਰਾਜੇ ਨੇ ਆਪਣੇ ਹੱਥ ਵਿੱਚ ਕਮੰਡਲ ਫੜ ਲਿਆ। ਦਾਨ ਸਮੇਂ ਦਿਜਬਰ ਕੀ ਪਈ, ਬ੍ਰਾਹਮਣ ਨੂੰ ਦਾਨ ਦੇਣ ਦੀ ਘੜੀ ਆ ਗਈ।
ਦਾਨ ਹੇਤ ਜਬ ਹਾਥ ਚਲਾਇਓ, ਜਦੋਂ ਰਾਜੇ ਨੇ ਦਾਨ ਦੇਣ ਲਈ ਹੱਥ ਅੱਗੇ ਕੀਤਾ, ਨਿਕਸ ਨੀਰ ਕਰ ਤਾਹੇ ਨ ਆਇਓ, ਪਰ ਕਮੰਡਲ ਵਿੱਚੋਂ ਪਾਣੀ ਨਿਕਲ ਕੇ ਰਾਜੇ ਦੇ ਹੱਥ ਵਿੱਚ ਨਾ ਆਇਆ। ਤੋਮਰ ਛੰਦ। ਚਮਕਇਓ ਤਬੇ ਦਿਜ ਰਾਜ, ਤਦੋਂ ਸ਼੍ਰੇਸ਼ਟ ਬ੍ਰਾਹਮਣ ਭੜਕ ਉੱਠਿਆ ਅਤੇ ਕਹਿਣ ਲੱਗਾ, ਕਰੀਏ ਨਿਰਪੇਸ ਇਲਾਜ, ਰਾਜਨ ਇਸ ਦਾ ਉਪਾਅ ਕਰੋ, ਤਿਨਕਾ ਮਿਲੇ ਇਹ ਬੀਚ। ਬ੍ਰਾਹਮਣ ਨੇ ਮਨ ਵਿੱਚ ਵਿਚਾਰ ਕੀਤਾ ਕਿ ਜੇ ਟੂਟੀ ਵਿੱਚ ਤੀਲਾ ਫੇਰਿਆ ਜਾਵੇ, ਇੱਕ ਛੱਛ ਹੋਏ ਹੈ ਨੀਚ, ਤਾਂ ਦੁਸ਼ਟ ਸ਼ੁਕਰਾਚਾਰਿਆ ਇੱਕ ਅੱਖ ਵਾਲਾ ਹੋ ਜਾਏਗਾ। ਤੇਨੁਕਾ ਨਰਪਤ ਕਰ ਲੀਨ, ਰਾਜੇ ਨੇ ਹੱਥ ਵਿੱਚ ਤੀਲਾ ਫੜਿਆ, ਪੀਤਰ ਕਮੰਡਲ ਦੀਨ, ਅਤੇ ਕਮੰਡਲ ਦੀ ਟੂਟੀ ਵਿੱਚ ਫੇਰ ਦਿੱਤਾ। ਸ਼ੁਕਰ ਆਂਖ ਲੱਗਿਆ ਜਾਏ, ਉਹ ਸ਼ੁਕਰਾਚਾਰੇ ਦੀ ਅੱਖ ਵਿੱਚ ਜਾ ਲੱਗਾ। ਇੱਕ ਜਛ ਪਇਓ ਦਿਜ ਰਾਏ, ਉਸ ਨਾਲ ਸ਼ੁਕਰਾਚਾਰੇ ਇੱਕ ਅੱਖ ਵਾਲਾ ਹੋ ਗਿਆ। ਨੇਤਰ ਤੇ ਜਿਉ ਗਿਰਿਓ ਨੀਰ, ਸ਼ੁਕਰ ਦੀ ਅੱਖ ਤੋਂ ਜੋ ਜਲ ਨਿਕਲਿਆ ਸੀ, ਸੋਈ ਲਿਓ ਕਰ ਦਿਜ ਬੀਰ, ਉਹੀ ਉਸ ਸ਼੍ਰੇਸ਼ਟ ਬ੍ਰਾਹਮਣ ਨੇ ਲੈ ਲਿਆ। ਕਰ ਨੀਰ ਚੁਵਨ ਨਾ ਦੀਨ, ਸ਼ੁਕਰ ਨੇ ਆਪਣੀ ਅੱਖ ਅੰਨੀ ਕਰਵਾ ਲਈ, ਪਰ ਪਾਣੀ ਨਾ ਚੋਣ ਦਿੱਤਾ। ਇਮ ਸੁਆਮ ਕਾਰਜ ਕੀਨ, ਇਸ ਤਰ੍ਹਾਂ ਆਪਣੇ ਸਵਾਮੀ ਦਾ ਕਾਰਜ ਕੀਤਾ। ਚੌਪਈ। ਚੱਚ ਨੀਰ ਕਰ ਪੀਤਰ ਪਰਾ, ਰਾਜੇ ਦੇ ਹੱਥ ਵਿੱਚ ਅੱਖ ਦਾ ਪਾਣੀ ਪਿਆ। ਵਹੇ ਸੰਕਲਪ ਦੀਜਹ ਕਰ ਤਰਾ, ਉਸੇ ਨਾਲ ਬ੍ਰਾਹਮਣ ਨੂੰ ਰਾਜੇ ਨੇ ਧਰਤੀ ਦਾ ਸੰਕਲਪ ਕਰ ਦਿੱਤਾ। ਐਸ ਤਬੇ ਨਿਜ ਦੇਹ ਵਡਾਇਓ, ਇਸ ਤਰ੍ਹਾਂ ਜਦ ਧਰਤੀ ਮਾਪਣ ਦਾ ਸਮਾਂ ਆਇਆ, ਤਦੋਂ ਬ੍ਰਾਹਮਣ ਨੇ ਆਪਣੀ ਦੇਹ ਵਧਾ ਲਈ। ਲੋਕ ਛੇਤ ਪਰਲੋਕ ਸਿਧਾਇਓ, ਜੇ ਇਸ ਲੋਕ ਨੂੰ ਲੰਘ ਕੇ ਪਰਲੋਕ ਤੱਕ ਜਾ ਪਹੁੰਚੀ, ਜੋ ਇਸ ਲੋਕ ਨੂੰ ਲੰਘ ਕੇ ਪਰਲੋਕ ਤੱਕ ਜਾ ਪਹੁੰਚੀ। ਨਿਰਖ ਲੋਕ ਅਦਭੁਤ ਬਿਸਮਏ, ਇਹ ਅਦਭੁਤ ਕੌਤਕ ਵੇਖ ਕੇ ਲੋਕੀ ਹੈਰਾਨ ਹੋ ਗਏ। ਦਾਨਵ ਪੇਖ ਮੁਰਛਨ ਪਏ, ਅਤੇ ਦੈਂਤ ਵੇਖ ਕੇ ਮੂਰਛਿਤ ਹੋ ਗਏ। ਪਾਵ ਪਤਾਰ ਛੂਇਓ ਸਿਰ ਕਾਸਾ, ਉਸ ਵੇਲੇ ਬੌਣੇ ਬ੍ਰਾਹਮਣ ਦੇ ਪੈਰ ਪਾਤਾਲ ਵਿੱਚ ਸਨ, ਅਤੇ ਸਿਰ ਆਕਾਸ਼ ਨੂੰ ਛੂਹਣ ਲੱਗਿਆ। ਚਕ੍ਰਿਤ ਪਏ ਲਖ ਲੋਕ ਤਮਾਸਾ, ਇਹ ਤਮਾਸ਼ਾ ਵੇਖ ਕੇ ਲੋਕੀ ਹੈਰਾਨ ਹੋ ਗਏ। ਏਕੇ ਪਾਵ ਪਤਾਰਹਿ ਛੂਆ, ਇੱਕ ਪੈਰ ਕਦਮ ਨਾਲ ਪਾਤਾਲ ਛੋਇਆ। ਦੂਸਰ ਪਾਵ ਗਗਨ ਲਉ ਹੁਆ, ਅਤੇ ਦੂਜਾ ਪੈਰ ਕਦਮ ਆਕਾਸ਼ ਤੱਕ ਪੂਰਾ ਹੋਇਆ। ਭਿਦਿਓ ਅੰਡ ਬ੍ਰਹਮੰਡ ਅਪਾਰਾ, ਅਪਾਰ ਅੰਡ ਰੂਪ ਬ੍ਰਹਮੰਡ 2 ਕਦਮਾਂ ਵਿੱਚ ਮਿਣਿਆ ਗਿਆ। ਤਹਿ ਤੇ ਗਿਰੀ ਗੰਗ ਕੀ ਤਾਰਾ, ਤਹਿ ਤੇ ਗਿਰੀ ਗੰਗ ਕੀ ਤਾਰਾ, ਉਸ ਤੋਂ ਗੰਗਾ ਦੀ ਧਾਰਾ ਧਰਤੀ ਉੱਤੇ ਡਿੱਗੀ। ਇਹ ਬਿਦ ਭੂਪ ਅਚੰਭਵ ਲਹਾ, ਰਾਜੇ ਨੂੰ ਵੀ ਇਸ ਤਰ੍ਹਾਂ ਦਾ ਅਚੰਭਾ ਹੋਇਆ। ਮਨ ਕਰਮ ਬਚਨ ਚਕ੍ਰਿਤ ਹੋਏ ਰਹਾ, ਅਤੇ ਮਨ ਬਾਣੀ ਅਤੇ ਕਰਮ ਤੋਂ ਹੈਰਾਨ ਹੋ ਰਿਹਾ। ਸੋ ਕੁਛ ਪਇਓ ਜਿਉ ਸ਼ੁਕਰ ਉਚਾਰਾ, ਉਹੀ ਕੁਛ ਹੋਇਆ ਜੋ ਸ਼ੁਕਰਾਚਾਰਿਆ ਨੇ ਕਿਹਾ ਸੀ। ਸੋਈ ਅਖੀਅਨ ਹਮ ਆਜ ਨਿਹਾਰਾ, ਉਹੀ ਹੋਇਆ ਹੈ ਅੱਜ ਮੈਂ ਅੱਖੀਆਂ ਨਾਲ ਵੇਖ ਲਿਆ ਹੈ। ਅਰਧ ਦੇਹ ਅਪਨੋ ਮੈਨ ਦੀਨਾ, ਰਾਜੇ ਨੇ ਅੱਧੇ ਕਦਮ ਲਈ ਆਪਣੀ ਦੇਹ ਮਿਣ ਦਿੱਤੀ। ਇਹ ਬਿਦ ਕੇ ਭੂਪਤ ਜਸਲੀਨਾ, ਇਸ ਤਰ੍ਹਾਂ ਰਾਜੇ ਨੇ ਯਸ਼ ਖੱਟ ਲਿਆ। ਜਬ ਲਉ ਗੰਗ ਜਮੁਨ ਕੋ ਨੀਰਾ, ਜਦੋਂ ਤੱਕ ਗੰਗਾ ਅਤੇ ਯਮੁਨਾ ਦਾ ਜਲ ਧਰਤੀ ਉੱਤੇ ਮੌਜੂਦ ਹੈ। ਤਬ ਲਉ ਚਲੀ ਕਥਾ ਜਗ ਤੀਰਾ, ਤਦੋਂ ਤੱਕ ਇਹ ਕਥਾ ਜਗਤ ਵਿੱਚ ਚਲਦੀ ਰਹੇਗੀ। ਬਿਸਨ ਪ੍ਰਸੰਨ ਪ੍ਰਤੱਚ ਹੁਏ ਕਹਾ,
ਵਿਸ਼ਨੂੰ ਜੀ ਨੇ ਪ੍ਰਸੰਨ ਹੋ ਕੇ ਪ੍ਰਤੱਖ ਹੋਏ ਅਤੇ ਕਿਹਾ, ਚੌਬਦਾਰ ਦੁਆਰੇ ਹੋਏ ਰਹਾ। ਹੇ ਰਾਜਨ, ਮੈਂ ਤੇਰੇ ਦੁਆਰੇ ਉੱਤੇ ਚੌਬਦਾਰ ਹੋ ਕੇ ਰਹਾਂਗਾ। ਮੀਨਸ ਵਾਚਮੈਨ। ਕਹਿਓ ਚਲੇ ਤਬ ਲਗੇ ਕਹਾਣੀ। ਅਤੇ ਇਹ ਵੀ ਕਿਹਾ ਕਿ ਤਦੋਂ ਤੱਕ ਤੇਰੀ ਇਹ ਕਹਾਣੀ ਜਗਤ ਵਿੱਚ ਚੱਲੇਗੀ, ਜਬ ਲਗ ਗੰਗ ਜਮੁਨ ਕੋ ਪਾਣੀ, ਜਦੋਂ ਤੱਕ ਗੰਗਾ ਅਤੇ ਯਮੁਨਾ ਵਿੱਚ ਪਾਣੀ ਰਹੇਗਾ। ਦੋਹਰਾ। ਜਹ ਸਾਧਨ ਸੰਕਟ ਪਰੇ, ਤਹਾਂ ਤਹਾਂ ਪਏ ਸਹਾਏ। ਜਿੱਥੇ ਜਿੱਥੇ ਵੀ ਸਾਧਾਂ ਨੂੰ ਸੰਕਟ ਪੈਦਾ ਹੈ, ਉੱਥੇ ਉੱਥੇ ਹੀ ਪਰਮ ਸੱਤਾ ਸਹਾਇਕ ਹੁੰਦੀ ਹੈ। ਦੁਆਰਪਾਲ ਹੋਏ ਦਰ, ਬਸੇ ਭਗਤ ਹੇਤ ਹਰ ਰਾਏ। ਹਰ ਰਾਏ ਭਗਤ ਲਈ ਦੁਆਰਪਾਲ ਹੋ ਕੇ ਉਸ ਦੇ ਦਰ 'ਤੇ ਵਸਦਾ ਹੈ। ਚੌਪਈ। ਅਸ਼ਟਮ ਅਵਤਾਰ ਬਿਸਨ ਅਸ ਤਰਾ। ਇਸ ਤਰ੍ਹਾਂ ਵਿਸ਼ਨੂੰ ਜੀ ਨੇ 8ਵਾਂ ਅਵਤਾਰ ਧਾਰਨ ਕੀਤਾ। ਸਾਧਨ ਸਭੇ ਕ੍ਰਿਤਾਰਥ ਕਰਾਂ, ਅਤੇ ਸਾਰਿਆਂ ਸਾਧਾਂ ਨੂੰ ਸਫਲ ਮਨੋਰਥ ਕ੍ਰਿਤਾਰਥ ਕੀਤਾ। ਅਬ ਨਵਮੋ ਬਰਨੋ ਅਵਤਾਰਾ। ਹੁਣ ਮੈਂ 9ਵਾਂ ਅਵਤਾਰ ਦਾ ਵਰਣਨ ਕਰਦਾ ਹਾਂ। ਸੁਨਹੁ ਸੰਤ ਚਿਤ ਲਾਏ ਸੁਤਾਰਾ। ਹੇ ਸੰਤੋ, ਚਿੱਤ ਲਾ ਕੇ ਸੁਣੋ ਅਤੇ ਮਨ ਵਿੱਚ ਧਾਰਨ ਕਰੋ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ 52 ਅਸ਼ਟਮੋ ਅਵਤਾਰ ਬਲ ਛਲਨ ਸਮਾਪਤਮ ਸਤ ਸ਼ੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ 8ਵੇਂ 52 ਅਵਤਾਰ ਦਾ ਕਥਨ ਬਲੀ ਦੇ ਛਲਨ ਪ੍ਰਸੰਗ ਦੀ ਸਮਾਪਤੀ ਸਭ ਸ਼ੁਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਪੰਡਿਤ ਨਾਰਾਇਣ ਸਿੰਘ ਜੀ ਦੇ ਅਨੁਸਾਰ ਇਸ ਕਥਾ ਦਾ ਭਾਵਾਰਥ ਸੁਣੋ। ਪ੍ਰਹਲਾਦ ਭਗਤ ਦੀ ਧਰਮ ਪਤਨੀ ਦਾ ਨਾਮ ਸੁਵਰਨਾ ਸੀ। ਬੰਗਾਲੀ ਲੇਖਕਾਂ ਨੇ ਉਸ ਦਾ ਨਾਮ ਸੁਵਰਨ ਲਤਾ ਲਿਖਿਆ ਹੈ। ਉਸ ਦੇ ਪੇਟੋਂ ਭਗਤ ਜੀ ਦੇ 5 ਪੁੱਤਰ ਹੋਏ। ਮਹਾਭਾਰਤ ਦੇ ਉਦਯੋਗ ਪਰਵ ਦੇ 35ਵੇਂ ਅਧਿਆਇ ਵਿੱਚ ਜੋ ਕਥਾ ਹੈ, ਉਸ ਤੋਂ ਇੱਕੋ ਵਿਰੋਚਨ ਨਾਮ ਦੇ ਪੁੱਤਰ ਹੋਣ ਦਾ ਪਤਾ ਮਿਲਦਾ ਹੈ। ਕਿਸੇ ਕਿਸੇ ਨੇ ਵਿਰੋਚਨ ਅਤੇ ਗਵਸ਼ਠ ਨਾਮ ਦੇ 2 ਪੁੱਤਰ ਲਿਖੇ ਹਨ। ਪਦਕ ਪੁਰਾਣ ਅਨੁਸਾਰ 4 ਪੁੱਤਰ ਸਿੱਧ ਹੁੰਦੇ ਹਨ, ਜਿਨ੍ਹਾਂ ਦੇ ਨਾਮ ਆਯੁਖਮਾਨ, ਸ਼ਿਵ, ਵਾਸ਼ਕਲ ਅਤੇ ਵਿਰੋਚਨ ਸਨ। ਕਿਸੇ ਕਿਸੇ ਪੁਰਾਣ ਵਿੱਚ ਵਿਰੋਚਨ ਜੰਬ ਅਤੇ ਕੁਜੰਬ ਨਾਮ ਦੇ 3 ਪੁੱਤਰ ਹਨ। ਪੁਰਾਣਾਂ ਵਿੱਚੋਂ ਭਗਤ ਜੀ ਦੇ 2 ਪੁੱਤਰਾਂ ਦੀਆਂ ਕਥਾ ਦਾ ਹੀ ਕੁਝ ਪਤਾ ਮਿਲਦਾ ਹੈ, ਜਿਨ੍ਹਾਂ ਵਿੱਚੋਂ ਪਹਿਲਾ ਵਿਰੋਚਨ, ਜੋ ਆਪਣੇ ਆਪ ਨੂੰ ਵੱਡਾ ਗਿਆਨੀ ਸਮਝਦਾ ਸੀ ਅਤੇ ਵੱਡਾ ਅਭਿਮਾਨੀ ਸੀ। ਦੂਜਾ ਗਵਿਸ਼ਠ ਜਾਂ ਗਵੇਸ਼ਟ, ਜੋ ਵੱਡਾ ਸੂਰਬੀਰ ਯੋਧਾ ਸੀ ਅਤੇ ਜਿਸ ਨੂੰ ਰਾਜ ਦਾ ਭਾਰ ਦੇ ਕੇ ਭਗਤ ਜੀ ਨੇ ਬਾਨਪ੍ਰਸਥ ਆਸ਼ਰਮ ਨੂੰ ਧਾਰਨ ਕਰਕੇ ਬਨ ਯਾਤਰਾ ਕੀਤੀ ਸੀ। ਇਸੇ ਗਵੇਸ਼ਟ ਦੇ ਸ਼ੁੰਭ ਤੇ ਨਿਸ਼ੁੰਭ ਨਾਮ ਦੇ 2 ਮਹਾਨ ਯੋਧੇ ਪੁੱਤਰ ਹੋਏ ਸਨ, ਜਿਨ੍ਹਾਂ ਨੇ ਆਪਣੇ ਜ਼ੋਰ ਨਾਲ ਸਾਰੇ ਸੰਸਾਰ ਵਿੱਚ ਹਲਚਲੀ ਮਚਾ ਦਿੱਤੀ ਸੀ। ਜਿਨ੍ਹਾਂ ਦੇ ਨਾਲ ਦੁਰਗਾ ਨੇ ਜੰਗ ਕੀਤੀ ਸੀ ਅਤੇ ਦੁਰਗਾ ਦੇ ਹੱਥੋਂ ਹੀ ਉਹਨਾਂ ਦਾ ਨਾਸ ਹੋਇਆ ਸੀ। ਅਰਥਾਤ ਦੁਰਗਾ ਦੇ ਹੱਥੋਂ ਮਰਨ ਵਾਲੇ ਸੁੰਭ ਅਤੇ ਨਿਸੁੰਭ ਨਾਮ ਦੇ ਦੈਂਤ ਪ੍ਰਹਲਾਦ ਭਗਤ ਜੀ ਦੇ ਹੀ ਪੋਤਰੇ ਸਨ, ਜਿਨ੍ਹਾਂ ਦੀ ਕਥਾ ਮਾਰਕੰਡੇ ਪੁਰਾਣ ਵਿੱਚ ਲਿਖੀ ਹੈ ਅਤੇ ਦਸ਼ਮੇਸ਼ ਪਿਤਾ ਜੀ ਨੇ ਚੰਡੀ ਦੀ ਵਾਰ ਤੇ ਚੰਡੀ ਚਰਿਤਰ ਵਿੱਚ ਵਰਣਨ ਕੀਤੀ ਹੈ, ਜੋ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਹਿਲੇ ਭਾਗ ਵਿੱਚ ਲਿਖੀ ਜਾ ਚੁੱਕੀ ਹੈ।
ਵਿਰੋਚਨ ਦਾ ਇੱਕੋ ਇੱਕ ਪੁੱਤਰ ਪਰਮ ਪ੍ਰਤਾਪੀ ਦਾਨਵੀਰ ਰਾਜਾ ਬਲੀ ਸੀ, ਜਿਸ ਨੇ ਵੱਡੇ ਪਰਾਕਰਮ ਨਾਲ ਦੇਵਤਿਆਂ ਦੇ ਹਿਰਦੇ ਕੰਬਾ ਦਿੱਤੇ ਸਨ, ਜਿਸ ਦੇ ਯੱਗਾਂ ਨੂੰ ਕਰਤੱਵ ਨਾਲ ਦੇਵਰਾਜ ਇੰਦਰ ਘਬਰਾਇਆ ਕਰਦਾ ਸੀ, ਜਿਸ ਨੇ ਆਪਣੀ ਦਾਨ ਬੀਰਤਾ ਨਾਲ ਸਾਰੇ ਚੱਕਰਵਰਤੀ ਰਾਜ ਨੂੰ ਵਾਮਨ ਭਗਵਾਨ ਦੇ ਚਰਨਾਂ ਵਿੱਚ ਅਰਪਣ ਕਰਕੇ ਆਪ ਪਾਤਾਲ ਦਾ ਵਸਣਾ ਕਬੂਲ ਕੀਤਾ ਸੀ। ਉਹ ਰਾਜਾ ਬਲੀ ਭਗਤ ਪ੍ਰਹਲਾਦ ਦਾ ਪੋਤਰਾ ਸੀ। ਰਾਜੇ ਬਲੀ ਨੂੰ ਇੰਦਰਲੋਕ ਪ੍ਰਾਪਤ ਕਰਨ ਦੀ ਇੱਛਾ ਸੀ ਅਤੇ ਇੰਦਰਲੋਕ ਦੀ ਪ੍ਰਾਪਤੀ ਵੀ ਇੰਦਰ ਪਦ ਦਾ ਅਧਿਕਾਰੀ ਹੋ ਕੇ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਲਈ ਯੱਗ ਕਰਨ ਲੱਗਾ। ਇਸ ਨੇ 100 ਯੱਗ ਕਰ ਲਿਆ ਅਤੇ ਇਹਨਾਂ 100 ਯੱਗਾਂ ਦੇ ਕਾਰਨ ਵਿੱਚ ਕੋਈ ਵਿਘਨ ਨਹੀਂ ਪਿਆ। ਇਹਨਾਂ 100 ਯੱਗਾਂ ਦੇ ਕਰਨ ਵਿੱਚ ਕੋਈ ਵਿਘਨ ਨਹੀਂ ਪਿਆ। ਜੇਕਰ ਇਸੇ ਤਰ੍ਹਾਂ ਇੱਕ ਯੱਗ ਹੋਰ ਹੋ ਜਾਂਦਾ ਤਾਂ ਰਾਜਾ ਬਲੀ ਇੰਦਰ ਹੋ ਜਾਂਦਾ। ਆਪਣੇ ਨਿਯਮ ਅਨੁਸਾਰ 100 ਯੱਗ ਪੂਰਾ ਹੋ ਜਾਣ ਤੋਂ ਮਗਰੋਂ ਇਸ ਨੇ 71ਵਾਂ ਯੱਗ ਆਰੰਭ ਕਰ ਦਿੱਤਾ। ਇੱਕ ਪੁਰਾਣ ਵਿੱਚ ਲਿਖਿਆ ਹੈ, 72 ਚੌਂਕੜੀਆਂ ਯੁੱਗ ਇੰਦਰ ਦਾ ਰਾਜ ਹੁੰਦਾ ਹੈ, ਅਰਥਾਤ 72 ਵੇਰੀ ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ ਗੁਜ਼ਰ ਜਾਣ ਤਦ ਇੰਦਰ ਤੋਂ ਰਾਜ ਪੂਰਾ ਹੋਣ ਦਾ ਸਮਾਂ ਗੁਜ਼ਰਦਾ ਹੈ। ਜਦੋਂ ਰਾਜਾ ਬਲੀ 71ਵਾਂ ਯੱਗ ਕਰ ਰਿਹਾ ਸੀ, ਉਸ ਵੇਲੇ ਅਜੇ ਇੰਦਰ ਨੇ 45 ਕੁ ਚੌਂਕੜੀਆਂ ਯੁੱਗ ਤੱਕ ਰਾਜ ਕੀਤਾ ਸੀ। ਇਸ ਲਈ ਇੰਦਰ ਨੇ ਬ੍ਰਹਮਾ ਕੋਲ ਫਰਿਆਦ ਕੀਤੀ ਕਿ ਅਜੇ ਮੇਰੇ ਰਾਜ ਦਾ ਸਮਾਂ ਪੂਰਾ ਵੀ ਨਹੀਂ ਹੋਇਆ ਤੇ ਇੰਦਰ ਪਦ ਨੂੰ ਰਾਜਾ ਬਲੀ ਮੈਥੋਂ ਖੋਣਾ ਚਾਹੁੰਦਾ ਹੈ। ਬ੍ਰਹਮਾ ਨੇ ਇੰਦਰ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਨਾਲ ਲੈ ਕੇ ਵਿਸ਼ਨੂੰ ਲੋਕ ਵਿੱਚ ਪੁੱਜਾ। ਉੱਥੇ ਜਾ ਕੇ ਇੰਦਰ ਦੇ ਦੁੱਖ ਦੀ ਵਾਰਤਾ ਸੁਣ ਕੇ ਉਸ ਦੀ ਸਹਾਇਤਾ ਲਈ ਪ੍ਰਾਰਥਨਾ ਕੀਤੀ। ਵਿਸ਼ਨੂੰ ਜੀ ਨੇ ਉਹਨਾਂ ਨੂੰ ਧੀਰਜ ਦੇ ਕੇ ਵਿਦਾ ਕੀਤਾ। ਇੱਧਰ ਕਸ਼ਪ ਰਿਖੀ ਦੀ ਇਸਤਰੀ ਅਦਿਤੀ ਨੇ ਆਪਣੇ ਪੁੱਤਰ ਇੰਦਰ ਦੇ ਦੁੱਖ ਨੂੰ ਅਨੁਭਵ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਮਨ ਜੋੜ ਕੇ ਪ੍ਰਾਰਥਨਾ ਕੀਤੀ ਤਾਂ ਵਿਸ਼ਨੂੰ ਨੇ ਉਸ ਦੇ ਪੇਟੋਂ ਹੀ 52 ਰੂਪ ਧਾਰ ਕੇ ਅਵਤਾਰ ਲਿਆ ਅਤੇ ਇੰਦਰ ਦੀ ਸਹਾਇਤਾ ਲਈ ਚੱਲ ਕੇ ਰਾਜਾ ਬਲੀ ਦੇ ਦੁਆਰ ਤੇ ਆਇਆ। ਬੂਹੇ ਵਿੱਚ ਖਲੋ ਕੇ 4 ਵੇਦਾਂ ਦਾ ਪਾਠ ਵਿਧੀ ਪੂਰਵਕ ਕੀਤਾ। ਉਸ ਦੀ ਛੋਟੀ ਜਿਹੀ ਅਵਸਥਾ ਵੇਖ ਕੇ ਅਤੇ ਵੇਦਾਂ ਦਾ ਉਚਾਰਨ ਸੁਣ ਕੇ ਬਲੀ ਨੇ ਪ੍ਰਸੰਨ ਹੋ ਕੇ 52 ਨੂੰ ਅੰਦਰ ਬੁਲਾਇਆ। ਚੰਦਨ ਦੀ ਚੌਂਕੀ ਤੇ ਬਿਠਾ ਕੇ ਚਰਨ ਧੋਤੇ, ਆਰਤੀ ਉਤਾਰੀ ਅਤੇ ਘੋੜ ਸੋਪਚਾਰ ਦਾ ਦੁਆਰਾ ਪੂਜਨ ਕਰਕੇ 1 ਕਰੋੜ ਰੁਪਇਆ ਦਖਨਾ ਵਜੋਂ ਨਜ਼ਰ ਕੀਤਾ। 52 ਨੇ ਕਿਹਾ, ਰਾਜਨ, ਮੇਰੇ ਇਹ ਕਿਸ ਕੰਮ ਹੈ? ਮੈਂ ਅਨਾਥ ਤੇਰੇ ਦਰ ਤੇ ਆਇਆ ਹਾਂ। ਤੂੰ ਕੁਝ ਦੇਣਾ ਹੈ ਤਾਂ 2.5 ਕਦਮ ਧਰਤੀ ਦੇ, ਜਿੱਥੇ ਬੈਠ ਕੇ ਤੇਰੇ ਜਸ ਨੂੰ ਗਾਉਂਦਾ ਰਹਾਂ ਅਤੇ ਤੇਰੇ ਦਰ ਦਾ ਚੌਕੀਦਾਰ ਬਣਿਆ ਰਹਾਂ। ਇਹ ਵਾਰਤਾ ਸੁਣ ਕੇ ਰਾਜੇ ਬਲੀ ਨੇ ਕਿਹਾ, ਬਹੁਤ ਅੱਛਾ, ਮੈਂ ਆਪ ਨੂੰ 2.5 ਕਦਮ ਧਰਤੀ ਹੀ ਦਿੰਦਾ ਹਾਂ। ਰਾਜਾ ਬਲੀ ਦਾ ਪ੍ਰੋਹਤ ਸ਼ੁਕਰ ਸੀ, ਸ਼ੁਕਰਾਚਾਰਿਆ, ਅਤੇ ਇਹੋ ਹੀ ਮੰਤਰੀ ਸੀ। ਇਹ ਉਸ ਵੇਲੇ ਰਾਜੇ ਦੇ ਕੋਲ ਬੈਠਾ ਸੀ। ਇਸ ਨੇ ਕਿਹਾ, ਰਾਜਨ, ਇਹ ਬਉਨਾ ਨਹੀਂ ਹੈ, ਇਹ ਵਿਸ਼ਨੂੰ ਹੈ ਅਤੇ ਤੇਰੇ ਯੱਗ ਵਿੱਚ ਵਿਘਨ ਕਰਨ ਲਈ ਆਇਆ ਹੈ। ਇਸ ਨੂੰ ਧਰਤੀ ਨਾ ਦੇ, ਤੇਰੇ ਨਾਲ ਧੋਖਾ ਹੋ ਰਿਹਾ ਹੈ। ਸਾਰੇ ਦੈਂਤ ਉਸ ਦੀ ਗੱਲ ਸੁਣ ਕੇ ਰਾਜਾ ਬਲੀ ਸਣੇ ਹੱਸ ਪਏ ਅਤੇ ਕਹਿਣ ਲੱਗੇ, ਇਸ ਦੇ ਪਿੰਡੇ ਸਹੇ ਜਿੰਨਾ ਮਾਸ ਨਹੀਂ, ਇਹ ਸਾਡੇ ਨਾਲ ਕੀ ਠੱਗੀ ਕਰ ਸਕਦਾ ਹੈ। ਪਰ ਸ਼ੁਕਰਾਚਾਰਿਆ ਨੇ ਫਿਰ ਕਿਹਾ, ਮੈਂ ਤੈਨੂੰ ਕਹਿੰਦਾ ਹਾਂ, ਇਸ ਦੀ ਠੱਗੀ ਵਿੱਚ ਨਾ ਆ ਜਾਵੀਂ। ਜਿਵੇਂ ਰਤਾ ਜਿੰਨੀ ਚਿੰਗਾਰੀ ਸੰਘਣੇ ਬੰਨ ਵਿੱਚ ਪੈ ਕੇ ਛਿੰਨ ਵਿੱਚ ਵੱਧ ਜਾਂਦੀ ਹੈ, ਇਸੇ ਤਰ੍ਹਾਂ ਇਹ ਵੱਧ ਜਾਏਗਾ। ਇਸ ਨੂੰ 2.5 ਕਦਮ ਧਰਤੀ ਦਾ ਸੰਕਲਪ ਨਾ ਕਰ। ਪਰ ਰਾਜਾ ਬਲੀ ਨੇ ਕਿਹਾ, ਪ੍ਰੋਹਤ ਜੀ, ਅਜਿਹਾ ਸਮਾਂ ਫਿਰ ਨਹੀਂ ਮਿਲਣਾ।
ਪਹਿਲੀ ਗੱਲ ਤਾਂ ਇਹ ਹੈ ਜੋ ਇਹ ਵਿਸ਼ਨੂੰ ਨਹੀਂ ਹੈ। ਭਲਾ ਇਹ ਵਿਸ਼ਨੂੰ ਹੈ ਹੀ ਤਾਂ ਮੈਨੂੰ ਹੋਰ ਸਾਰੇ ਸਮੇਂ ਮਿਲ ਸਕਦੇ ਹਨ। ਅਜਿਹਾ ਸਮਾਂ ਫਿਰ ਨਹੀਂ ਮਿਲਣਾ ਜੋ ਵਿਸ਼ਨੂੰ ਮੰਗਤਾ ਹੋ ਕੇ ਮੇਰੇ ਦਰ ਤੇ ਆਵੇ। ਇਸ ਲਈ ਇਹ ਜੋ ਮੰਗਦਾ ਹੈ ਮੈਂ ਜ਼ਰੂਰ ਦੇਵਾਂਗਾ। ਇਹ ਕਹਿ ਕੇ ਅਤੇ ਨੌਕਰ ਕੋਲੋਂ ਗੰਗਾ ਸਾਗਰ ਲੈ ਕੇ ਸੰਕਲਪ ਕਰਾਉਣ ਲੱਗਾ। ਇੱਧਰ ਸ਼ੁਕਰਾਚਾਰਿਆ ਨੇ ਸੋਚਿਆ ਕਿ ਮੇਰਾ ਜਜਮਾਨ ਆਪਣੇ ਹੱਥੀਂ ਆਪਣਾ ਬੁਰਾ ਕਰਨ ਲੱਗਾ ਹੈ। ਮੇਰਾ ਫਰਜ਼ ਹੈ ਜੋ ਮੈਂ ਆਪਣੇ ਸਾਹਮਣੇ ਉਸਦਾ ਬੁਰਾ ਨਾ ਹੋਣ ਦੇਵਾਂ। ਇਹ ਸੋਚ ਕੇ ਝਟ ਜਾਲੇ ਦਾ ਰੂਪ ਧਾਰ ਕੇ ਗੰਗਾ ਸਾਗਰ ਦੀ ਟੂਟੀ ਵਿੱਚ ਵੜ ਬੈਠਾ ਅਤੇ ਪਾਣੀ ਬਾਹਰ ਆਉਣ ਤੋਂ ਰੋਕ ਲਿਆ। ਜਦ ਟੂਟੀ ਵਿੱਚੋਂ ਪਾਣੀ ਨਾ ਡਿੱਗਾ ਤਾਂ ਬਾਵਨ ਜੀ ਨੇ ਸੋਚਿਆ ਪਾਣੀ ਨਹੀਂ ਡਿੱਗਾ, ਇਸ ਵਿੱਚ ਕਾਰਨ ਕੇਵਲ ਸ਼ੁਕਰ ਦੀ ਕੁਟਲ ਨੀਤੀ ਹੈ। ਇਸ ਲਈ ਇਸ ਨੂੰ ਕਾਣਾ ਕਰ ਦੇਣਾ ਚਾਹੀਦਾ ਹੈ। ਅਜਿਹਾ ਨਿਸੱਚਾ ਕਰਕੇ ਆਪ ਜੀ ਨੇ ਰਾਜਾ ਬਲੀ ਨੂੰ ਉਪਦੇਸ਼ ਦਿੱਤਾ ਕਿ ਤਿੱਲਾ ਲੈ ਕੇ ਟੂਟੀ ਵਿੱਚ ਫੇਰੋ। ਪੰਡਿਤ ਜੀ ਦੇ ਕਹੇ ਲੱਗ ਕੇ ਰਾਜਾ ਬਲੀ ਨੇ ਤਿੱਲਾ ਲੈ ਕੇ ਟੂਟੀ ਵਿੱਚ ਫੇਰਿਆ, ਜਿਸ ਨਾਲ ਸ਼ੁਕਰਾਚਾਰਿਆ ਦੀ ਇੱਕ ਅੱਖ ਨਿਕਲ ਗਈ। ਭਾਵੇਂ ਸ਼ੁਕਰ ਦੀ ਇੱਕ ਅੱਖ ਮਾਰੀ ਗਈ, ਪਰ ਉਸਨੇ ਫਿਰ ਵੀ ਪਰਾਏ ਹਿੱਤ ਦਾ ਤਿਆਗ ਨਹੀਂ ਕੀਤਾ। ਉਸਨੇ ਗੜਵੇ ਦਾ ਪਾਣੀ ਫਿਰ ਵੀ ਨਹੀਂ ਆਉਣ ਦਿੱਤਾ। ਉਸਦੀ ਅੱਖ ਤੋਂ ਜਿਹੜਾ ਪਾਣੀ ਨਿਕਲਿਆ ਸੀ, ਬਾਵਨ ਜੀ ਨੇ ਉਸੇ ਜਲ ਨਾਲ ਧਰਤੀ ਸੰਕਲਪ ਕਰ ਲਈ। ਸੰਕਲਪ ਹੋ ਗਿਆ, ਹੁਣ ਧਰਤੀ ਮਿਲਣ ਦਾ ਵੇਲਾ ਆਇਆ। ਬਾਵਨ ਜੀ ਨੇ ਆਪਣੀ ਦੇਹ ਏਡੀ ਵਧਾ ਲਈ ਕਿ ਪਹਿਲਾ ਕਦਮ ਪਤਾਲ ਤੇ ਦੂਜਾ ਕਦਮ ਬ੍ਰਹਮ ਲੋਕ ਵਿੱਚ ਪੁੱਜਾ। ਤਿੰਨੇ ਲੋਕ 2 ਕਦਮਾਂ ਵਿੱਚ ਮਿਣੇ ਗਏ। ਹੁਣ ਹੋਰ ਧਰਤੀ ਨਹੀਂ, ਅੱਧਾ ਕਦਮ ਕਿੱਥੋਂ ਦਿੱਤਾ ਜਾਵੇ। ਫਿਰ ਰਾਜਾ ਹੈਰਾਨ ਹੋ ਕੇ ਸੋਚਣ ਲੱਗਾ ਕਿ ਜੋ ਕੁਝ ਸ਼ੁਕਰ ਕਹਿੰਦਾ ਸੀ ਉਹੀ ਹੋਇਆ। ਉੱਧਰ ਸਾਰੇ ਦੈਂਤ ਹੈਰਾਨ ਖੜੇ ਸਨ ਕਿ ਅਸਲ ਕੀ ਸੀ ਅਤੇ ਹੋ ਕੀ ਗਿਆ ਹੈ। ਇੰਨੇ ਵਿੱਚ ਬਾਵਨ ਨੇ ਕਿਹਾ, ਰਾਜਨ, ਤੂੰ 2.5 ਕਰਮਾਂ ਦੀ ਧਰਤੀ ਦਾਨ ਕੀਤੀ ਹੈ ਤੇ ਧਰਤੀ ਮਿਲਣ ਤੇ 2 ਕਰਮਾਂ ਹੋਈ ਹੈ। ਇਸ ਲਈ ਜਾਂ ਤਾਂ ਅੱਧਾ ਕਰਮ ਧਰਤੀ ਹੋਰ ਦੇ ਜਾਂ ਦਿੱਤਾ ਦਾਨ ਮੋੜ ਲੈ। ਇਹ ਸੁਣ ਕੇ ਰਾਜੇ ਨੇ ਕਿਹਾ, ਪੰਡਿਤ ਜੀ, ਧਰਮ ਵੱਡਾ ਹੈ ਜਾਂ ਧਰਮੀ? ਬਾਵਨ ਨੇ ਕਿਹਾ, ਧਰਮ ਨਾਲੋਂ ਧਰਮੀ ਵੱਡਾ ਹੈ, ਜਿਸ ਦੇ ਆਸਰੇ ਧਰਮ ਟਿਕਦਾ ਹੈ। ਇਹ ਸੁਣਦਿਆਂ ਹੀ ਰਾਜੇ ਬਲੀ ਨੇ ਕਿਹਾ, ਮੈਂ 2.5 ਕਰਮ ਧਰਤੀ ਦੇਣ ਦਾ ਧਰਮ ਕਰਦਾ ਹਾਂ। ਮੈਂ 2.5 ਕਰਮ ਧਰਤੀ ਦੇਣ ਦਾ ਧਰਮ ਕੀਤਾ ਸੀ। ਜੋ ਧਰਤੀ ਪੂਰੀ ਨਹੀਂ ਹੋਈ, ਬਾਕੀ ਅੱਧੇ ਕਰਮ ਲਈ ਮੇਰਾ ਸਰੀਰ ਹਾਜ਼ਰ ਹੈ। ਇਸ ਨੂੰ ਮਿਣ ਲਵੋ। ਇਹ ਕਹਿ ਕੇ ਆਪ ਜ਼ਮੀਨ ਤੇ ਲੰਮਾ ਪੈ ਗਿਆ ਅਤੇ ਬਾਵਨ ਭਗਵਾਨ ਨੇ ਉਸ ਦੀ ਛਾਤੀ ਤੇ ਪੈਰ ਰੱਖ ਕੇ ਉਸ ਨੂੰ ਪਤਾਲ ਭੇਜ ਕੇ ਉੱਥੋਂ ਦਾ ਰਾਜ ਪਦ ਬਖਸ਼ ਦਿੱਤਾ। ਹੁਣ ਜਦ ਬਾਵਨ ਪੈਰ ਚੁੱਕਣ ਲੱਗਾ ਤਾਂ ਰਾਜੇ ਬਲੀ ਨੇ ਪੈਰ ਫੜ ਕੇ ਕਿਹਾ, ਆਪ ਨੇ ਕਿਹਾ ਸੀ ਕਿ ਮੈਂ ਕੁਟੀਆਂ ਬਣਾ ਕੇ ਤੇਰੇ ਦਰ ਤੇ ਰਹਾਂਗਾ, ਹੁਣ ਆਪ ਜਾਂਦੇ ਕਿੱਥੇ ਹੋ? ਜੋ ਬਲੀ ਨੂੰ ਛਲਣ ਆਇਆ ਸੀ ਉਹ ਆਪ ਚਲਿਆ ਗਿਆ। ਹੁਣ ਵਿਸ਼ਨੂੰ ਨੇ ਸਾਰੀ ਉਮਰ ਭਰ ਲਈ ਚੌਕੀਦਾਰੀ ਹੋ ਕੇ ਰਹਿਣਾ ਪੈ ਗਿਆ। ਆਪ ਚੌਕੀਦਾਰ ਹੋ ਕੇ ਉਸ ਦੇ ਦਰ ਤੇ ਬੈਠ ਗਏ ਅਤੇ ਅੱਜ ਤੱਕ ਉੱਥੇ ਬੈਠੇ ਹੋਏ ਹਨ। ਯਥਾ ਕਹਿ ਕਬੀਰ ਭਗਤ ਬਸ ਕੇ ਸਭ ਅਜਹੂ ਬਲ ਕੇ ਦੁਆਰ ਖਰਿਓ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ 52 ਅਵਤਾਰ ਅਸ਼ਟਮੁ ਕਥਨਨ ਬਲੀ ਛਲਨ ਸਮਾਪਤਮ।